ਨਿਵਲ ਭੁਯੰਗਮ ਸਾਧੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪ੍ਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਵੇਕਾ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਪਰ ਦੁਬਦਾ ਛੁਟਕਿਆ ਨਾਹੀ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲੱਖ ਯਤਨ ਕਰਾਏ ਕਨ ਕਾਮਨੀ ਹੈਬਰ ਗੈਬਰ ਬਹੁ ਵਿਦ ਦਾਨ ਦਾ ਤਾਰਾ ਅੰਨ ਵਸਤਰ ਭੂਮ ਬਹੁ ਅਰਪਿਆ ਨਹਿ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ ਹੋਂ ਹੋਂ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਐ ਇਹ ਜੁਗਤਾ ਜੋਗ ਸਿਧ ਆਸਨ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਇੱਥੋਂ ਤੱਕ ਸਤਿਗੁਰਾਂ ਨੇ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਜੋ ਲੋਕ ਪ੍ਰਭੂ ਪ੍ਰਾਪਤੀ ਵਾਸਤੇ ਅਤੇ ਮਨ ਦੀ ਸ਼ਾਂਤੀ ਵਾਸਤੇ ਕਰਮ ਕਰਦੇ ਸਨ ਉਹਨਾਂ ਦਾ ਜ਼ਿਕਰ ਕੀਤਾ ਅਤੇ ਨਾਲ ਨਾ ਕਰ ਦਿੱਤੀ ਇਹ ਕਰਮ ਕਰਨ ਦੇ ਨਾਲ ਨਹਿ ਮਿਲੀਏ ਹਰ ਦੁਆਰਾ। ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ ਪਾਤਸ਼ਾਹ ਕਿਸ ਮਾਰਗ ਨੂੰ ਅਪਣਾਈਏ ਤਾਂ ਜੋ ਸਾਨੂੰ ਆਪਣੇ ਮੂਲ ਪਰਮਾਤਮਾ ਦੇ ਨਾਲ ਜੋ ਆਪਾਂ ਜਨਮਾਂ ਜਨਮਾਂਤਰਾਂ ਤੋਂ ਵਿਛੜੇ ਹੋਏ ਹਾਂ ਉਹਨਾਂ ਦਾ ਮਿਲਾਪ ਪ੍ਰਾਪਤ ਹੋ ਜਾਵੇ। ਅਤੇ ਸਤਿਗੁਰਾਂ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਗੁਰੂ ਕੇ ਸਿੱਖਾਂ ਨੂੰ ਇਹ ਦੋ ਸਾਧਨ ਪ੍ਰਦਾਨ ਕੀਤੇ ਉਹ ਦੋ ਸਾਧਨ ਕੀ ਜੋ ਆਪ ਕਰ ਰਹੇ ਸੋ ਹਰ ਕੀਰਤ ਪਹਿਲਾ ਸਾਧਨ ਹੈ, ਦੂਜਾ ਸਾਧਨ ਕੀਆ ਸਾਧ ਸੰਗਤ ਹੈ ਸਿਰ ਕਰਮਨ ਕਾ ਕਰਮਾ ਹਰੀ ਪ੍ਰਮਾਤਮਾ ਦੀ ਕੀਰਤੀ ਕਰਨੀ ਅਤੇ ਸੰਗਤ ਕਰਨੀ। ਪਰ ਇਹ ਸਾਰੇ ਕਰਮਾਂ ਧਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ ਪਰ ਇਹ ਕਿਸੇ ਜਣੇ ਖਣੇ ਨੂੰ ਪ੍ਰਾਪਤ ਨਹੀਂ ਹੁੰਦਾ। ਆਪ ਜੀ ਵੇਖਦੇ ਹੋ ਕਿੰਨੇ ਕੁ ਉਂਗਲਾਂ 'ਤੇ ਗਿਣਨ ਵਾਲੇ ਗੁਰੂ ਚਰਨਾਂ ਵਿੱਚ ਆਏ ਹੋ ਬਾਕੀ ਸੰਸਾਰ ਬੈਠਾ। ਕਾਰਨ ਕੀ ਹੈ? ਜਿਨ੍ਹਾਂ 'ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਕਿਸੇ ਪੂਰਬਲੇ ਚੰਗੇ ਕਰਮ ਕੀਤੇ ਹੋਏ ਨੂੰ ਫਲ ਲੱਗਾ ਉਹਦੇ ਅੰਗੂਰ ਪ੍ਰਗਟ ਹੋਏ ਆ ਤਦ ਮਨ ਵਿੱਚ ਪ੍ਰੇਰਨਾ ਪੈਦਾ ਹੋਈ ਹੈ ਕਿ ਆਪਾਂ ਸੰਗਤ ਵਿੱਚ ਬੈਠ ਕੇ ਪ੍ਰਭੂ ਜਸ ਪ੍ਰਭੂ ਕੀਰਤੀ ਸਰਵਣ ਕਰੀਏ। ਤਾਂ ਤੇ ਸਤਿਗੁਰੂ ਕਹਿੰਦੇ ਇਹ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਆ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਜਿਹਨੂੰ ਫਿਰ ਦਾਤ ਮਿਲ ਜਾਂਦੀ ਆ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ। ਜਿਹਨੂੰ ਇਹ ਸੰਗਤ ਵਿੱਚ ਬੈਠ ਕਰਕੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨ ਅਤੇ ਸੁਣਨ ਦਾ ਸੁਭਾਗ ਪ੍ਰਾਪਤ ਹੋ ਜਾਂਦਾ ਉਹਦਾ ਮਨ ਗੁਰੂ ਕੇ ਸ਼ਬਦ ਵਿੱਚ ਤਦਾਕਾਰ ਹੋ ਜਾਂਦਾ। ਉਹਦਾ ਮਨ ਜਿਹੜਾ ਗੁਰੂ ਕੀ ਬਾਣੀ ਦੇ ਨਾਲ ਬਿਨ੍ਹਿਆ ਜਾਂਦਾ ਬਾਣੀ ਦੇ ਨਾਲ ਉਰਝ ਜਾਂਦਾ ਇੱਕਮਿਕ ਹੋ ਜਾਂਦਾ ਸ਼ਬਦ ਅਤੇ ਸੁਰਤ ਦਾ ਮੇਲ ਹੋ ਜਾਂਦਾ। ਉਹ ਫਿਰ ਜਦੋਂ ਸ਼ਬਦ ਦੇ ਨਾਲ ਜੁੜ ਜਾਂਦਾ ਉਹ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਂਦਾ। ਤਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀ ਬਾਣੀ ਅੰਦਰ ਬਹੁਤ ਖੁਲਾਸਾ ਕੀਤਾ ਕਿ ਨਿਰਾ ਕੀਰਤਨ ਕਰਨ ਵਾਲਿਆਂ ਦਾ ਉਦਾਹਰਨ ਨਹੀਂ ਹੁੰਦਾ। ਜੋ ਪਿਆਰ ਭਾਵਨੀ ਸ਼ਰਧਾ ਦੇ ਨਾਲ ਚਿੱਤ ਲਾ ਕੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਦਾ ਪਰਮੇਸ਼ਵਰੀ ਬਾਣੀ ਦਾ ਕੀਰਤਨ ਕਰਨ ਵਾਲੇ ਦਾ ਵੀ ਅਤੇ ਇਕਾਗਰਚਿਤ ਹੋ ਕਰਕੇ ਸਰਵਣ ਕਰਨ ਵਾਲੇ ਦਾ ਵੀ ਪਾਰ ਉਤਾਰਾ ਨਿਸਤਾਰਾ ਕਰ ਦਿੰਦਾ। ਬਾਬਾ ਕਬੀਰ ਜੀ ਨੇ ਇਹਦੀ ਬੜੇ ਜ਼ੋਰਦਾਰ ਸ਼ਬਦਾਂ ਦੇ ਨਾਲ ਪ੍ਰੋੜਤਾ ਕੀਤੀ ਹੈ ਕਿ ਭਾਈ ਭੋਰਾ ਜਿੰਨਾ ਵੀ ਸੰਸਾ ਨਹੀਂ ਸ਼ੱਕ ਨਹੀਂ ਕੋਈ ਦੁਬਿਧਾ ਨਹੀਂ ਕਿ ਕੇਵਲ ਕਰਨ ਵਾਲੇ ਦਾ ਉਧਾਰ ਹੁੰਦਾ। ਆਪਾਂ ਬਾਬਾ ਜੀ ਦੀਆਂ ਪੰਕਤੀਆਂ ਪੜ੍ਹੀਏ ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਉ ਕਬੀਰ ਸੰਸਾ ਨਹੀਂ ਅੰਤ ਭਰਮਗਤ ਪਾਏ। ਦੋਨਾਂ ਦੀ ਪਰਮਗਤੀ ਹੋ ਜਾਂਦੀ ਆ।
ਐਸੀ ਮੋਲਕ ਦਾਤ ਪਰਮਾਤਮਾ ਦੇ ਨਾਲ ਅਭੇਦ ਹੋਣ ਦੀ ਸਤਿਗੁਰਾਂ ਨੇ ਸਾਨੂੰ ਕਲਯੁਗ ਦੇ ਵਿੱਚ ਪ੍ਰਦਾਨ ਕੀਤੀ ਹੈ। ਦੂਸਰਾ, ਸਤਸੰਗਤ ਦੀ ਬਹੁਤ ਵੱਡੀ ਮਹਾਨਤਾ ਸਾਰੀ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਸਾਨੂੰ ਦਰਸਾਉਣਾ ਦਿੱਤੀ ਹੈ। ਸੋਦਰ ਦੇ ਪਾਠ ਵਿੱਚ ਵੀ ਆਪਾਂ ਪੜ੍ਹਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਗੁਰਦੇਵ ਗੁਰੂ ਰਾਮਦਾਸ ਜੀ ਦਾ ਫਰਮਾਨ ਹੈ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਔਰ ਸੰਗਤ ਵਿੱਚ ਆਉਣ ਦੇ ਨਾਲ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਨਾਮ ਦਾ ਟਿਕਾਊ ਹੋ ਜਾਂਦਾ ਹੈ। ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕ ਜਾਂਦਾ ਹੈ, ਉਹਦਾ ਨਿਸਤਾਰਾ ਪਾਰ ਉਤਾਰਾ ਹੋ ਜਾਂਦਾ ਹੈ। ਔਰ ਸੰਗਤ ਦੀ ਮਹਾਨਤਾ ਦਰਸਾਉਂਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਨਹੀਂ ਅਨੇਕਾਂ ਸਵਈਏ ਅਤੇ 12 ਵਿੱਚ ਪੌੜੀਆਂ ਰਚਨਾ ਕੀਤੀਆਂ। ਕੇਵਲ ਆਪਾਂ 2 ਸਵਈਆਂ ਨੂੰ ਬਾਚਣ ਦਾ ਯਤਨ ਕਰੀਏ ਤਾਂ ਜੋ ਸਾਨੂੰ ਸਤਸੰਗਤ ਦੀ ਮਹਾਨਤਾ ਦਾ ਪਤਾ ਲੱਗ ਜਾਵੇ। ਭਾਈ ਸਾਹਿਬ ਜੀ ਨੇ ਦੀ ਬਾਣੀ ਦਾ ਗੁਣ ਹੈ ਕਿ ਜਦੋਂ ਵੀ ਆਪਾਂ ਨੂੰ ਉਹਨਾਂ ਨੇ ਕੋਈ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਉਣਾ ਹੁੰਦਾ, ਘੱਟੋ ਘੱਟ 3 ਉਦਾਹਰਨਾਂ ਜ਼ਰੂਰ ਦਿੰਦੇ ਆ। ਕਈ ਇੱਕ ਸਵਈਏ 12 ਦੀਆਂ ਪੌੜੀਆਂ ਐਸੀਆਂ ਜਿਨ੍ਹਾਂ ਵਿੱਚ 8-8 9 ਉਦਾਹਰਨਾਂ ਵੀ ਦੇਣਾ ਕੀਤੀਆਂ, ਪਰ ਇਹਨਾਂ ਵਿੱਚ 3 ਉਦਾਹਰਨਾਂ ਦਿੱਤੀਆਂ ਜੋ ਆਪਾਂ ਅੱਖਾਂ ਦੇ ਨਾਲ ਵੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ ਜਾਂ ਸਾਡੇ ਹੱਡੀਂ ਵਾਪਰਦੀਆਂ। ਉਦਾਹਰਨਾਂ ਕੀ ਦਿੱਤੀਆਂ? ਪਹਿਲੀ ਉਦਾਹਰਣ ਦਿੱਤੀ ਹੈ, ਜਿਵੇਂ ਪੁਰਾਣੇ ਸਮੇਂ ਵਿੱਚ ਜੰਗਲਾਂ ਦਾ ਪੈਂਡਾ ਸੀ, ਔਰ ਜਦੋਂ ਮਨੁੱਖ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾਂਦਾ ਸੀ, ਰਸਤੇ ਵਿੱਚ ਜੰਗਲਾਂ ਵਿੱਚ ਚੋਰ ਧਾੜਵੀ ਲੋਕ ਕੇ ਬੈਠ ਜਾਂਦੇ ਸਨ। ਜਦੋਂ 1-2 ਮਨੁੱਖ ਇਕੱਲੇ ਜਾਂਦੇ, ਰਸਤਾ ਰੋਕ ਕੇ ਉਹਨਾਂ ਦਾ ਮਾਲ ਅਸਬਾਬ ਲੁੱਟ ਲੈਂਦੇ, ਉਹਨਾਂ ਨੂੰ ਮਾਰ ਵੀ ਦਿੰਦੇ। ਔਰ ਐਸੀ ਔਖਿਆਈ ਤੋਂ ਬਚਣ ਵਾਸਤੇ ਸਾਡੇ ਪੁਰਖਿਆਂ ਨੇ, ਵਡੱਕਿਆਂ ਨੇ ਇੱਕ ਸਾਧਨ, ਇੱਕ ਤਰਕੀਬ ਬਣਾਈ ਕਿ ਆਪਾਂ ਸੰਗ ਬਣਾ ਕੇ ਚੱਲੀਏ, ਇਕੱਠੇ ਹੋ ਕੇ ਚੱਲੀਏ। ਜਦੋਂ ਆਪਾਂ ਇਕੱਠੇ ਹੋ ਕੇ 150 ਹੋਵਾਂਗੇ, ਸੰਗ ਬਣਾ ਕੇ ਚੱਲਾਂਗੇ, ਚੋਰ ਧਾੜਵੀ 2 ਜਾਂ 5 ਹੋਣਗੇ, ਉਹਨਾਂ ਦਾ ਹੀਆ ਨਹੀਂ ਪਏਗਾ ਸਾਡੇ ਉੱਤੇ ਵਾਰ ਕਰਨ ਦਾ। ਔਰ ਜੇ ਕਰਨਗੇ ਵੀ ਤੇ ਆਪਾਂ ਬਹੁਤੇ ਹਾਂ, ਅਸੀਂ ਉਹਨਾਂ 'ਤੇ ਹਾਵੀ ਹੋਵਾਂਗੇ। ਕਹਿੰਦੇ ਭਾਈ ਸਾਹਿਬ ਕਹਿੰਦੇ ਉਹਨਾਂ ਨੂੰ ਸਫਲਤਾ ਵੀ ਮਿਲੀ। ਜੋ ਸੰਗ ਦੇ ਨਾਲ ਚੱਲ ਕੇ, ਰਲ ਕੇ, ਮਿਲ ਕੇ ਤੁਰਦਾ ਸੀ, ਉਹ ਬੇਖੌਫ ਹੋ ਕਰਕੇ ਨਿਰਵਿਘਨਤਾ ਨਾਲ ਦੂਸਰੇ ਸ਼ਹਿਰ ਵਿੱਚ ਪਹੁੰਚ ਜਾਂਦਾ ਸੀ। ਜਿਹੜਾ ਸੰਗ ਨਾਲੋਂ ਵਿਛੜ ਜਾਂਦਾ, ਉਸ ਨੂੰ ਚੋਰ ਧਾੜਵੀ ਮਾਰ ਦਿੰਦੇ, ਮਾਲ ਸਬਾਬ ਉਹਦਾ ਲੁੱਟ ਲੈਂਦੇ ਸਨ। ਦੂਜੀ ਉਦਾਹਰਨ ਨੇੜਾਂ ਕੀਤੀ ਹੈ, ਜਿਸ ਤਰ੍ਹਾਂ ਜ਼ਿਮੀਂਦਾਰ ਆਪਣੇ ਖੇਤ ਦੇ ਵਿੱਚ ਫਸਲ ਬੀਜਦਾ ਹੈ, ਔਰ ਜਿਹੜਾ ਸੁੰਨਾ ਖੇਤ ਹੁੰਦਾ, ਉਸ ਦੇ ਆਉਣ ਜਾਣ ਵਾਲੇ ਪਸ਼ੂ ਜਿਹੜੇ ਆ ਉਹਦਾ ਉਜਾੜਾ ਕਰ ਦਿੰਦੇ ਆ। ਜ਼ਿਮੀਂਦਾਰ ਦੇ ਘਰ ਵਿੱਚ ਕੱਖ ਵੀ ਉਹਦੇ ਪੱਲੇ ਨਹੀਂ ਪੈਂਦਾ, ਬੋਲ ਤਾਂ ਇੱਕ ਪਾਸੇ ਰਿਹਾ, ਸਾਰੀ ਫਸਲ ਉਹਦੀ ਉਜੜ ਜਾਂਦੀ ਆ। ਪਰ ਜਿਹੜੇ ਜ਼ਿਮੀਂਦਾਰ ਸਿਆਣੇ ਆ, ਉਹ ਆਪਣੇ ਖੇਤ ਨੂੰ ਬਾੜ ਦੇ ਦਿੰਦੇ ਆ, ਕੰਡਿਆਂ ਦੀ ਜਾਂ ਤਾਰ ਦੀ। ਜਿਸ ਖੇਤ ਨੂੰ ਬਾੜ ਦਿੱਤੀ ਹੁੰਦੀ ਆ, ਉਹਦਾ ਨਾ ਤਾਂ ਪਸ਼ੂ ਉਜਾੜਾ ਕਰ ਸਕਦੇ ਆ, ਨਾ ਆਉਣ ਜਾਣ ਵਾਲਾ ਰਾਹੀ ਉੱਥੋਂ ਸਥਰਾ ਵੜ ਸਕਦਾ। ਜ਼ਿਮੀਂਦਾਰ ਜਿਸ ਨੇ ਆਪਣੇ ਖੇਤ ਨੂੰ ਬਾੜ ਦਿੱਤੀ ਹੈ, ਉਹਦੇ ਘਰ ਦੇ ਵਿੱਚ ਫਸਲ ਦਾ ਬੋੜ ਆ ਜਾਂਦਾ, ਉਹਦੀ ਰਖਵਾਲੀ ਬਾੜ ਕਰਦੀ ਹੈ। ਤੀਸਰੀ ਉਦਾਹਰਣ ਦੇਣਾ ਕੀਤੀ, ਜਿਸ ਤਰ੍ਹਾਂ ਆਪਾਂ ਘਰਾਂ ਦੇ ਵਿੱਚ ਪੈਟ ਜਾਨਵਰ ਰੱਖਦੇ ਹਾਂ, ਤੋਤੇ ਆ, ਚਿੜੀਆਂ, ਉਹਨਾਂ ਦੀ ਰਖਵਾਲੀ ਵਾਸਤੇ ਆਪਾਂ ਪਿੰਜਰਾ ਰੱਖਦੇ ਹਾਂ। ਜਿੰਨਾ ਚਿਰ ਤੋਤਾ ਜਾਂ ਚਿੜੀਆਂ ਪਿੰਜਰੇ ਵਿੱਚ ਰਹਿੰਦੀਆਂ, ਭਾਵੇਂ ਆਲੇ ਦੁਆਲੇ ਬਿੱਲਾ ਜਿਹੜਾ ਹੈ, ਬਿੱਲੀ ਘੁੰਮਦੀ ਰਹੇ, ਉਹਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੀ। ਜਦੋਂ ਪਿੰਜਰੇ ਤੋਂ ਬਾਹਰ ਆ ਜਾਂਦਾ, ਤਦੋਂ ਉਹਨੂੰ ਆਪਣਾ ਆਹਾਰ ਬਿੱਲਾ ਬਣਾ ਲੈਂਦਾ, ਉਹਨੂੰ ਖਾ ਲੈਂਦਾ, ਉਹਨੂੰ ਜਾਨੋਂ ਮਾਰ ਦਿੰਦਾ। 3 ਉਦਾਹਰਣਾਂ ਦਿੱਤੀਆਂ। ਅਖੀਰ ਵਿੱਚ ਸੰਗਤ ਦੀ ਮਹਾਨਤਾ ਦਰਸਾਈ ਹੈ ਕਿ ਜਿਵੇਂ ਸੰਗ ਜਿਹੜਾ ਚੋਰ ਧਾੜੀਆਂ ਤੋਂ ਰਖਵਾਲੀ ਕਰਦਾ, ਔਰ ਪਸ਼ੂਆਂ ਦੇ ਉਜਾੜੇ ਤੋਂ ਬਾੜ ਰਖਵਾਲੀ ਕਰਦੀ ਹੈ, ਬਿੱਲੇ ਤੋਂ
ਤੋਤੇ ਦੀ ਰਖਵਾਲੀ ਪਿੰਜਰਾ ਕਰਦਾ, ਤਿਵੇਂ ਸੰਗਤ ਜਿਹੜੀ ਹੈ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਆਤਮਾ ਦਾ ਆਤਮਿਕ ਧਨ ਲੁੱਟਣ ਵਾਲੇ ਆ, ਇਹਨਾਂ ਤੋਂ ਰਖਵਾਲੀ ਕਰਦੀ ਹੈ ਔਰ ਉਹਦੀ ਸਾਬਤ ਪੂੰਜੀ ਪ੍ਰਭੂ ਦੇ ਦਰਬਾਰ ਵਿੱਚ ਪਹੁੰਚ ਜਾਂਦੀ ਹੈ। ਭਾਈ ਸਾਹਿਬ ਜੀ ਦੀਆਂ ਪੰਕਤੀਆਂ ਆਪਾਂ ਸਰਵਣ ਕਰੀਏ। ਕਹਿੰਦੇ ਫਿਰ ਭਾਈ ਸਾਹਿਬ ਕਹਿੰਦੇ, ਸੰਗ ਮਿਲ ਚਲੈ ਨਿਰਵਿਘਨ ਪਹੁੰਚੈ ਘਰ, ਬਿਸਰੈ ਤੁਰਤ ਬਟਵਾਰੋ ਮਾਰ ਡਾਰ ਹੈ। ਜੈਸੇ ਬਾਰ ਦੀਏ ਖੇਤ ਸ਼ੁਭਤ ਨਾ ਮਿਰਗ ਨਰ, ਛੇਡੀ ਭਏ ਮਿਰਗ ਪੰਖੀ ਖੇਤੈ ਉਜਾਰ ਹੈ। ਪਿੰਜਰਾ ਮੈਂ ਸੂਆ ਜੈਸੇ ਰਾਮ ਨਾਮ ਲੇਤ ਹੇਤ, ਨਿਕਸਤ ਖਿਨ ਤਾਹੇ ਗ੍ਰਸਤ ਮੁਝਾਰ ਹੈ। ਅਖੀਰ ਵਿੱਚ ਸਤਸੰਗ ਦੀ ਮਹਾਨਤਾ ਦੱਸੀ ਆ। ਸਾਧ ਸੰਗ ਮਿਲ ਮਨ ਪਹੁੰਚੈ ਸਹਿਜ ਘਰ। ਜੋ ਸਤਸੰਗਤ ਕਰਦਾ ਹੈ ਉਹਦੀ ਆਤਮਾ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦੀ ਹੈ। ਵਿਚਰੈ, ਇੱਥੇ ਵਿਛੜੇ ਨਹੀਂ ਲਿਖਿਆ, ਵਿਚਰੈ। ਜੋ ਇਕੱਲਾ ਵਿਚਰਦਾ ਸੰਗਤ ਵਿੱਚ ਨਹੀਂ ਆਉਂਦਾ। ਵਿਚਰੈ ਪੰਚੋ ਦੂਤ ਪ੍ਰਾਨ ਪ੍ਰਹਾਰ ਹੈ। ਪੰਜ ਦੂਤ ਕਿਹੜੇ ਆ? ਮਾਇਆ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਉਹਦੇ ਉੱਤੇ ਹਾਵੀ ਹੋ ਜਾਂਦੇ ਆ। ਉਹਨੂੰ ਮਾੜੀ ਪ੍ਰੇਰਨਾ ਦੇ ਕਰਕੇ ਉਹਦੀ ਆਤਮਾ ਨੂੰ ਦਾਗੀ ਕਰ ਦਿੰਦੇ ਆ ਮਾੜੇ ਕਰਮਾਂ ਦੇ ਨਾਲ। ਜਿਹਦੀ ਆਤਮਾ ਦਾਗੀ ਹੋ ਜਾਂਦੀ ਹੈ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹਨੂੰ ਪ੍ਰਭੂ ਦੀ ਦਰਗਾਹ ਵਿੱਚ ਜਗ੍ਹਾ ਨਹੀਂ ਮਿਲਦੀ। ਸਾਹਿਬਾਂ ਦਾ ਬਚਨ ਆਪਾਂ ਪੜ੍ਹਦੇ ਹਾਂ, ਦਾਗ ਦੋਸ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਤਾਂ ਤੇ ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਬੜਾ ਕਾਫੀ ਲੰਬਾ ਸ਼ਬਦ ਲਿਖਣਾ ਕੀਤਾ, ਜਿਸ ਵਿੱਚ ਉਹਨਾਂ ਨੇ ਵੀ ਸੰਗਤ ਦੀ ਮਹਾਨਤਾ ਦਰਸਾਉਂਦੇ ਦੱਸਣਾ ਕੀਤਾ ਕਿ ਸਾਡੀਆਂ ਅੱਖਾਂ ਜਿਹੜੀਆਂ ਇਹ ਵੀ ਸੁੱਤੀਆਂ ਪਈਆਂ, ਕੰਨ ਵੀ ਜਿਹੜੇ ਆ ਪਰਾਈ ਨਿੰਦਿਆ ਸੁਣਨ ਵਿੱਚ ਘੂਕ ਮਸਤ ਹੈ, ਰਸਨਾ ਜਿਹੜੀ ਆ ਇਹ ਵੀ ਨਿੰਦਿਆ ਕਰਨ ਵਿੱਚ ਦਿਨ ਰਾਤ ਮਦਹੋਸ਼ ਹੈ, ਔਰ ਹਰ ਚੀਜ਼ ਜਿਹੜੀ ਆ ਸਾਡਾ ਮਨ ਵੀ ਮਾਇਆ ਦੇ ਪ੍ਰਭਾਵ ਵਿੱਚ ਸੁੱਤਾ ਪਿਆ। ਕੋਈ ਵੀ ਇਸ ਸੰਸਾਰ ਵਿੱਚ ਸਾਡੇ ਸਰੀਰ ਦਾ ਇੰਦਰਾ ਜਾਗਦਾ ਨਹੀਂ ਗਾ। ਆਪਾਂ ਕਹਾਂਗੇ ਜਾਗਦੇ ਹਾਂ, ਇਹਨੂੰ ਜਾਗਣਾ ਨਹੀਂ ਕਹਿਣਾ ਕੀਤਾ। ਸਤਿਗੁਰੂ ਕਹਿੰਦੇ ਉਹਨਾਂ ਦਾ ਆਪਾਂ ਫਰਮਾਨ ਪੜ੍ਹਾਂਗੇ ਪਤਾ ਲੱਗ ਜਾਵੇਗਾ। ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਨੂੰ ਨੀਂਦ ਕਿਹੜੀ ਆਈ ਹੈ? ਪਰਾਇਆ ਰੂਪ ਤੱਕਣ ਦੀ। ਔਰ ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਬਤ ਵਸਤੂ ਆਪਣੀ ਲਹੈ, ਸਗਲ ਸਹੇਰੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਜਦੋਂ ਬੰਦਾ ਸੌ ਜਾਂਦਾ ਫਿਰ ਕੀ ਹੁੰਦਾ? ਚੋਰ ਲੁਟੇਰੇ ਪੈ ਜਾਂਦੇ ਆ। ਕਹਿੰਦੇ ਮੂਸਣਹਾਰ ਪੰਚ ਬਟਵਾਰੇ, ਮੂਸਣ ਵਾਲੇ ਭਾਵ ਲੁੱਟਣ ਵਾਲੇ ਪੰਜ ਦੂਤ ਇਹਨੂੰ ਪੈ ਜਾਂਦੇ ਆ। ਮੂਸਣਹਾਰ ਪੰਚ ਬਟਵਾਰੇ, ਸੂਨੇ ਨਗਰ ਭਰੇ ਠੱਗ ਹਾਰੇ। ਫਿਰ ਇਹਨਾਂ ਤੋਂ ਕੋਈ ਬਚਾ ਕਰ ਸਕਦਾ? ਸਤਿਗੁਰਾਂ ਨੇ ਇਕੱਲੇ ਇਕੱਲੇ ਨੂੰ ਗਿਣਨਾ ਕੀਤਾ ਕਿ ਨਾ ਇਹਨਾਂ ਪੰਜਾਂ ਤੋਂ ਮਾਂ ਬਾਪ ਰੱਖਿਆ ਕਰ ਸਕਦੇ ਆ, ਨਾ ਭੈਣ ਭਰਾ ਇਹਨਾਂ ਤੋਂ ਬਚਾ ਸਕਦੇ ਆ, ਨਾ ਪੰਜਾਂ ਤੋਂ ਮਿੱਤਰ ਦੋਸਤ ਰੱਖਿਆ ਕਰ ਸਕਦੇ ਆ। ਆਪਾਂ ਦੇਖਦੇ ਜਦੋਂ ਮਿੱਤਰ ਦੋਸਤ ਮਾਂ ਬਾਪ ਭੈਣ ਭਰਾ ਕੋਈ ਸਾਡੀ ਸਹਾਇਤਾ ਨਾ ਕਰ ਸਕੇ, ਫਿਰ ਮਨੁੱਖ ਕੀ ਕਰਦਾ? ਬਹੁਤੀ ਸਾਰੀ ਵੱਡੀ ਦੇ ਕੇ ਫਿਰ ਆਪਣਾ ਕੰਮ ਸਾਰ ਲੈਂਦਾ। ਸਤਿਗੁਰੂ ਕਹਿੰਦੇ ਜਿੰਨਾ ਮਰਜ਼ੀ ਧਨ ਪਦਾਰਥ ਦੇ ਦਿਓ ਤਾਂ ਵੀ ਇਹ ਕਾਮ ਕਰੋ, ਲੋਭ ਮੋਹ ਹੰਕਾਰ ਪਿੱਛਾ ਨਹੀਂ ਛੱਡਦੇ। ਔਰ ਇਹਨਾਂ ਤੋਂ ਜੇ ਛੁਟਕਾਰਾ ਪ੍ਰਾਪਤ ਹੋਣਾ ਹੈ ਤੇ ਸਤਸੰਗਤ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਹੀ ਹੋ ਸਕਦਾ। ਸਾਹਿਬਾਂ ਦਾ ਬਚਨ ਹੈ, ਕਹਿੰਦੇ ਇੰਤੇ ਰਾਖੇ ਬਾਪ ਨਾ ਮਾਈ, ਇੰਤੇ ਰਾਖੇ ਮੀਤ ਨਾ ਭਾਈ, ਦਰਬ ਸਿਆਣਪ ਨਾ ਓਏ ਰਹਤੇ, ਸਾਧ ਸੰਗਤ ਓਏ ਦੁਸ਼ਟ ਬਸ ਹੋਤੇ। ਜੇ ਇਹਨਾਂ ਨੂੰ ਬਸ ਵਿੱਚ ਕਰਨਾ ਹੈ ਤੇ ਇੱਕ ਸਤਸੰਗਤ ਹੀ ਇੱਕ ਐਸਾ ਵਸੀਲਾ ਹੈ, ਇੱਕ ਕੋਟ ਹੈ, ਇੱਕ ਕਿਲਾ ਹੈ, ਜਿਸ ਵਿੱਚ ਬੈਠ ਕਰਕੇ ਪ੍ਰਭੂ ਜਸ ਕਰਕੇ ਇਸ ਪੰਜਾਂ ਤੋਂ ਬਚਿਆ ਜਾ ਸਕਦਾ। ਸਾਧ ਸੰਗ ਕਿਸੇ ਵੱਡੇ ਇਕੱਠ ਦਾ ਨਾਮ ਨਹੀਂ। ਜਿੱਥੇ ਕੋਈ ਬਹੁਤਾ ਵੱਡਾ ਇਕੱਠ ਹੁੰਦਾ ਹੈ ਉਹਨੂੰ ਆਪਾਂ ਜਲਸਾ, ਜਲੂਸ, ਕਾਨਫਰੰਸ, ਮੇਲੇ ਦਾ ਨਾਮ ਦਿੰਦੇ ਹਾਂ। ਪਰ ਦੋ ਚੀਜ਼ਾਂ ਦਾ ਸੁਮੇਲ ਹੈ, ਸਤ ਸੰਗਤ। ਇੱਕ ਸਤ ਹੈ,
ਇੱਕ ਸੰਗਤ ਹੈ। ਸੰਗਤ ਦਾ ਭਾਵ ਇਕੱਠ। ਜਿਸ ਇਕੱਠ ਦੇ ਵਿੱਚ ਸੱਤ ਦੀ ਗੱਲ ਕੀਤੀ ਜਾਵੇ, ਸੱਤ ਦੀ ਆਰਾਧਨਾ ਕੀਤੀ ਜਾਵੇ। ਸੱਤ ਕੌਣ ਹੈ? ਜਿਹਨੂੰ ਪੜ੍ਹਦੇ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹਨੂੰ ਆਪਾਂ ਪੜ੍ਹਦੇ ਸਾਹਿਬ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਹਿ ਸਮਾਏ। ਉਹ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ, ਜਿਹਨੂੰ ਆਪਾਂ ਇੱਕ ਓੰਕਾਰ ਦੇ ਨਾਲ ਯਾਦ ਕਰਦੇ ਹਾਂ। ਜਿੱਥੇ ਇੱਕ ਦਾ ਚਿੰਤਨ ਹੋਵੇ, ਇੱਕ ਦੇ ਗੁਣ ਗਾਇਨ ਕੀਤੇ ਜਾਣ, ਇੱਕ ਦੀ ਆਰਾਧਨਾ ਕੀਤੀ ਜਾਵੇ, ਉਸ ਨੂੰ ਸਤਸੰਗਤ ਕਿਹਾ ਜਾਂਦਾ। ਸਤਿਗੁਰਾਂ ਨੇ ਵੀ ਸਤਸੰਗ ਦੀ ਪਰਿਭਾਸ਼ਾ ਗੁਰਬਾਣੀ ਅੰਦਰ ਅੰਕਿਤ ਕਰਨਾ ਕੀਤੀ ਹੈ ਕਿ ਸਤਸੰਗਤ ਕੈਸੀ ਜਾਣੀ ਹੈ। ਸਾਡਾ ਵੀ ਸਵਾਲ ਹੈ, ਸਤਸੰਗਤ ਪਾਤਸ਼ਾਹ ਕਿਹਨੂੰ ਕਹੀਏ? ਤੇ ਸਤਿਗੁਰੂ ਕਹਿੰਦੇ ਜਿੱਥੇ ਏਕੋ ਨਾਮ ਬਖਾਣੀਆ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਕਹਿੰਦੇ ਜੋ ਸੰਗਤ ਵਿੱਚ ਬੈਠ ਕੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਜਿੱਥੇ ਗੁਣ ਗਾਏ ਜਾਂਦੇ ਆ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ, ਉਹਨੂੰ ਸਤਸੰਗਤ ਕਿਹਾ ਜਾਂਦਾ। ਤਾਂ ਤੇ ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਣ ਦੇਣਾ ਕੀਤੀ ਆ ਅਤੇ ਨਾਲ ਸਾਨੂੰ ਪ੍ਰੇਰਨਾ ਦੇਣਾ ਕੀਤੀ ਹੈ ਕਿ ਹਮੇਸ਼ਾ ਸਤਸੰਗਤ ਕਰਨੀ ਚਾਹੀਦੀ ਆ। ਕੁਸੰਗਤ ਜਿਹਨੂੰ ਮਾੜੀ ਸੰਗਤ ਕਿਹਾ ਜਾਂਦਾ, ਉਸ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਉਹ ਆਤਮਾ ਨੂੰ ਦਾਗੀ ਕਰ ਦਿੰਦੀ ਆ। ਭਾਈ ਸਾਹਿਬ ਜੀ ਦੀ ਬਾਣੀ ਦਾ ਗੁਣ ਜਿਵੇਂ ਪਹਿਲਾਂ ਆਪ ਜੀ ਦੇ ਨਾਲ ਸਾਂਝਾ ਕੀਤਾ, ਇੱਥੇ ਵੀ 3 ਉਦਾਹਰਨਾਂ ਉਹਨਾਂ ਨੇ ਦਿੱਤੀਆਂ। ਪਹਿਲੀ ਉਦਾਹਰਣ ਦੇਣਾ ਕੀਤੀ ਆ, ਜਿਸ ਤਰ੍ਹਾਂ ਕਹਿੰਦੇ ਦੱਖਣ ਵਾਲੇ ਪਾਸੇ ਤੋਂ ਹਵਾ ਵਗਦੀ ਆ, ਮੀਂਹ ਪੈਣ ਲੱਗ ਜਾਂਦਾ। ਮੀਂਹ ਪੈਂਦਾ ਲਗਾਤਾਰ ਖੇਤੀਆਂ ਨੂੰ ਸਿੰਚਦਾ ਹੈ, ਪਰ ਜੇ ਹਵਾ ਉਹੀ ਆ, ਜਦੋਂ ਦੱਖਣ ਵਾਲੇ ਪਾਸੇ ਸਮੁੰਦਰ ਵਾਲੇ ਪਾਸੇ ਤੋਂ ਹਵਾ ਵਗਦੀ ਆ, ਬਾਰਿਸ਼ਾਂ ਵਰਨ ਲੱਗ ਜਾਂਦੀ ਆ, ਮੀਂਹ ਪੈਣ ਲੱਗ ਜਾਂਦਾ। ਦੂਜੇ ਪਾਸੇ ਤੋਂ ਉਲਟੀ ਹਵਾ ਵਗਣ ਲੱਗ ਜਾਵੇ, ਵਰਦੇ ਮੀਂਹ ਨੂੰ ਬੱਦਲ ਉਡਾ ਕੇ ਲੈ ਜਾਂਦੀ ਆ। ਪਾਣੀ ਉਹੋ ਹੀ ਆ ਜੀਵਨ ਦਾ ਆਧਾਰ। ਪਾਣੀ ਤੋਂ ਬਗੈਰ ਮਨੁੱਖ ਰਹਿ ਨਹੀਂ ਸਕਦਾ। ਪਰ ਜੇ ਪਾਣੀ ਵਿੱਚ ਖੋਟੇ ਤੱਤ ਭਾਰਾਪਨ ਹੋਵੇ, ਉਹ ਸਰੀਰ ਨੂੰ ਅਨੇਕਾਂ ਬਿਮਾਰੀਆਂ ਪੈਦਾ ਕਰ ਦਿੰਦਾ, ਮਨੁੱਖ ਨੂੰ ਅਸਾਧ ਰੋਗ ਲਾ ਦਿੰਦਾ। ਕਹਿੰਦੇ ਅੱਗ ਉਹੀ ਹੈ, ਉਹ 36 ਪ੍ਰਕਾਰ ਦੇ ਭੋਜਨ ਬਣਾਉਂਦੀ ਆ, ਸਿਆਲ ਨੂੰ ਸਾਨੂੰ ਨਿੱਘ ਦਿੰਦੀ ਆ। ਪਰ ਜਦੋਂ ਉਹ ਅੱਗ ਬੇਮਰਜ਼ਾਦਾ ਹੋ ਜਾਂਦੀ ਆ ਅਤੇ ਘਰ-ਬਾਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਆ। ਇਸੇ ਪ੍ਰਕਾਰ ਕਹਿੰਦੇ ਹੈ ਤਾਂ ਮਨੁੱਖਾਂ ਦਾ ਇਕੱਠ, ਪਰ ਜੇ ਉਹਦੇ ਵਿੱਚ ਸੱਤ ਦੀ ਗੱਲ ਆ, ਜੋ ਮਰਜ਼ਾਦਾ ਵਿੱਚ ਚੱਲਦੇ ਆ, ਉਹਨਾਂ ਦੀ ਸੰਗਤ ਕਰਨ ਦੇ ਨਾਲ ਮਨੁੱਖ ਨੂੰ ਜੀਵਨ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਪਰ ਜਿਹੜਾ ਮਨੁੱਖ ਸਾਗਤ ਪੁਰਸ਼ਾਂ ਦੀ, ਪਰਮਾਤਮਾ ਤੋਂ ਭੁੱਲਿਆਂ ਹੋਇਆਂ ਦੀ ਸੰਗਤ ਵਿੱਚ ਚਲਾ ਜਾਂਦਾ ਅਤੇ ਉਹਨੂੰ ਜੰਮਪੁਰ ਜਾਣ ਦਾ ਸਬੱਬ ਬਣ ਜਾਂਦਾ ਹੈ, ਅਤੇ ਜਮਾਂ ਦੀ ਮਾਰ ਉਸ ਨੂੰ ਸਹਾਰਨੀ ਪੈਂਦੀ ਹੈ। ਭਾਈ ਸਾਹਿਬ ਜੀ ਦੇ ਬਚਨ ਹਨ ਸਵਈਆ, ਕਾਹੂੰ ਦਿਸ਼ਾ ਕੇ ਪਵਨ ਗਗਨ ਬਾਦਲ ਬਾਰਿਸ਼ ਕਰੇ, ਕਾਹੂੰ ਦਿਸ਼ਾ ਕੇ ਪਵਨ ਗਗਨ ਬਾਦਲ ਬਲਾਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪਿਆ ਬਿਰਥਾ ਬਿਲਾਤ ਹੈ, ਕਾਹੂੰ ਗ੍ਰਹਿ ਕੀ ਅਗਨ ਪਾਕਸਾਲ ਸੁਧ ਕਰੇ, ਕਾਹੂੰ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਅਖੀਰ ਵਿੱਚ ਫਰਮਾਨ ਕੀਤਾ, ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ। ਜੇ ਗੁਰੂ ਕੇ ਸਿੱਖਾਂ ਦੀ, ਪ੍ਰਭੂ ਪਿਆਰਿਆਂ ਦੀ ਸੰਗਤ ਕਰਾਂਗੇ ਅਤੇ ਜੀਵਨ ਮੁਕਤੀ ਦੀ ਦਾਤ ਉਸ ਸੰਗਤ ਵਿੱਚੋਂ ਪ੍ਰਾਪਤ ਹੋਵੇਗੀ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਮਾੜੇ ਕਰਮ ਕਰਾਏਗੀ। ਅਤੇ ਬਾਬਾ ਕਬੀਰ ਜੀ ਨੇ ਸਾਨੂੰ ਬੜੀ ਸੁੰਦਰ ਪ੍ਰੇਰਨਾ ਦੇਣਾ ਕੀਤੀ ਹੈ। ਕਹਿੰਦੇ ਇਹ ਗੁਰੂ ਕੇ ਪਿਆਰਿਓ ਜਗਿਆਸੂ ਜਨੋ, ਤੁਸੀਂ ਜੋ ਪ੍ਰਮਾਤਮਾ ਤੋਂ ਭੁੱਲੇ ਹੋਏ ਲੋਕ ਹਨ, ਜਿਨ੍ਹਾਂ ਉੱਤੇ ਕਾਮ ਕਰੋ ਲੋਭ ਮੋਹ ਹੰਕਾਰ ਮਾਇਆ ਦੇ ਦੂਤਾਂ ਦਾ ਅਸਰ ਹੈ, ਉਹਦੇ ਅਧੀਨ ਵਿਚਰਦੇ ਆ ਅਤੇ ਮਨ ਦੇ ਪਿੱਛੇ ਲੱਗ ਕੇ ਚੱਲਦੇ ਆ। ਗੁਰੂ ਵੱਲ ਨੂੰ ਉਹਨਾਂ ਨੇ ਪਿੱਠ ਕੀਤੀ ਹੋਈ ਆ, ਉਹਨਾਂ ਦੀ ਸੰਗਤ ਨਹੀਂ ਕਰਨੀ। ਪੁੱਛਣਾ ਕੀਤਾ ਬਾਬਾ ਕਬੀਰ ਜੀ ਕਿਉਂ ਨਹੀਂ ਕਰਨੀ ਚਾਹੀਦੀ? ਉਹਨਾਂ ਨੇ ਇੱਕ ਉਦਾਹਰਣ ਦੇਣਾ ਕੀਤੀ ਆ, ਜਿਸ ਤਰ੍ਹਾਂ ਕਾਲਾ ਬਰਤਨ ਹੁੰਦਾ, ਜਿਹਦੇ ਹੇਠਾਂ ਆਪਾਂ ਅੱਗ ਬਾਲਦੇ ਆ, ਕਹਿੰਦੇ ਹੇਠਾਂ ਕਾਲਕ ਲੱਗ ਜਾਂਦੀ ਆ। ਜਦੋਂ ਉਹ ਕਿਸੇ ਵਸਤਰ ਦੇ ਨਾਲ ਛੂੰਹਦਾ, ਜਾਮੇ ਨੂੰ ਕਾਲਾ ਕਰ ਦਿੰਦਾ। ਹੱਥ ਨੂੰ ਛੂਹ ਜਾਵੇ, ਹੱਥ ਨੂੰ ਕਾਲਕ ਲਾ ਦਿੰਦਾ। ਇਸ ਕਰਕੇ ਜੋ ਮਾੜੇ ਕਰਮ ਕਰਕੇ ਜਿਨ੍ਹਾਂ ਦਾ ਹਿਰਦਾ ਮਲੀਨ ਹੋ ਗਿਆ,
ਉਹਨਾਂ ਦੇ ਕੋਲ ਬੈਠੋਗੇ, ਉਹਨਾਂ ਦੇ ਮਲੀਨ ਸੰਸਕਾਰ ਤੁਹਾਡੇ ਉੱਤੇ ਅਸਰ ਕਰਨਗੇ। ਆਪਾਂ ਸੰਸਾਰਕ ਤੌਰ 'ਤੇ ਦੇਖਦਾ ਵੀ ਏ, ਕੋਈ ਮਨੁੱਖ ਪਹਿਲਾਂ ਸ਼ਰਾਬ ਨਹੀਂ ਪੀਂਦਾ, ਪਰ ਸ਼ਰਾਬੀਆਂ ਦੀ ਸੰਗਤ ਵਿੱਚ ਬਹਿਣ ਲੱਗ ਜਾਵੇ, ਉਹ ਸ਼ਰਾਬ ਦੇ ਗੁਣ ਸੁਣਾ ਕੇ ਕੋਲੋਂ ਦੇ ਕੇ ਉਸ ਬੰਦੇ ਨੂੰ ਸ਼ਰਾਬੀ ਬਣਾ ਦਿੰਦੀ ਆ ਔਰ ਸ਼ਰਾਬ ਪੀਣ ਦੀ ਆਦਤ ਪਾ ਦਿੰਦੇ। ਜੂਆ ਖੇਡਣ ਵਾਲਿਆਂ ਦੀ ਸੰਗਤ ਕਰੋ, ਜੂਆ ਖੇਡਣ ਵਿੱਚ ਲਾ ਦਿੰਦੇ ਆ। ਜੇ ਗੁਰਮੁਖਾਂ ਦੀ ਸੰਗਤ ਕਰੋ ਤੇ ਗੁਰੂ ਦੇ ਨਾਲ ਜੋੜ ਦਿੰਦੀ ਸੰਗਤ। ਇਸੇ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ, ਜਿਵੇਂ ਕਾਲਾ ਬਰਤਨ ਹੱਥ ਨੂੰ ਛੂਹ ਜਾਵੇ, ਜਾਮੇ ਨੂੰ ਛੂਹ ਜਾਵੇ, ਕਾਲਾ ਕਰ ਦਿੰਦਾ, ਤਿਵੇਂ ਉਹਨਾਂ ਦੇ ਮਲੀਨ ਸੰਸਕਾਰ ਮਨੁੱਖ ਉੱਤੇ ਅਸਰ ਕਰਕੇ ਜਿਹੜੇ ਚੰਗੇ ਭਲੇ ਪੁਰਸ਼ ਦੇ ਵੀ ਸੰਸਕਾਰਾਂ ਨੂੰ ਮਲੀਨ ਕਰ ਦਿੰਦੀ ਆ। ਬੜਾ ਸੁੰਦਰ ਫਰਮਾਨ ਕੀਤਾ ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ। ਕਹਿੰਦੇ ਜੇ ਸਾਕਤ ਇੱਥੇ ਖੜਾ, ਦੂਜੇ ਪਾਸੇ ਨੂੰ ਭਾਜਾ ਕਿਉਂ? ਕਹਿੰਦੇ ਬਾਸਨ ਕਾਰੋ ਪਰਸੀਐ, ਤੋ ਕਿਛ ਲਾਗੇ ਦਾਗ। ਜਦੋਂ ਕਾਲਾ ਬਰਤਨ ਆਪਾਂ ਨਾਲ ਛੂਹ ਜਾਵੇ, ਹੱਥ ਕਾਲਾ ਕਰ ਦਿੰਦਾ। ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਪ੍ਰੇਰਨਾ ਦਿੱਤੀ ਹੈ। ਕਹਿੰਦੇ ਮਾੜੇ ਪੁਰਸ਼ਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਜੋ ਮਾੜੇ ਕਰਮ ਕਰਦੇ ਆ, ਜਿਨ੍ਹਾਂ ਦਾ ਆਚਾਰ ਵਿਵਹਾਰ ਅਤੇ ਕਿਰਦਾਰ ਮਾੜਾ ਹੈ, ਉਹਨਾਂ ਦੀ ਕੋਲ ਨਹੀਂ ਬਹਿਣਾ ਚਾਹੀਦਾ। ਜੇ ਉਹਨਾਂ ਦੀ ਸੰਗਤ ਕਰੋਗੇ, ਤੁਹਾਨੂੰ ਵੀ ਮਾੜੇ ਸੰਸਕਾਰ ਦੇ ਕਰਕੇ ਤੁਹਾਡਾ ਆਚਾਰ ਵਿਵਹਾਰ ਅਤੇ ਕਿਰਦਾਰ ਮੈਲਾ ਕਰ ਦੇਣਗੇ ਔਰ ਲੋਕਾਂ ਦੀ ਨਿਗਾਹ ਵਿੱਚ ਅਤੇ ਗੁਰੂ ਦੀ ਨਿਗਾਹ ਵਿੱਚ ਤੁਸੀਂ ਡਿੱਗ ਜਾਓਗੇ, ਗੁਰੂ ਤੋਂ ਦੂਰੀ ਪਾ ਲਵੋਗੇ, ਤੁਹਾਡੀ ਆਤਮਾ ਦਾਗੀ ਹੋ ਜਾਵੇਗੀ। ਇਸ ਕਰਕੇ ਤੁਸੀਂ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਹੈ ਔਰ ਹਮੇਸ਼ਾ ਗੁਰੂ ਦੇ ਚਰਨਾਂ ਵਿੱਚੋਂ ਇਹੀ ਅਰਦਾਸ ਕਰਕੇ ਮੰਗਣੀ ਹੈ ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮੰਗਣ ਦਾ ਢੰਗ ਤਰੀਕਾ ਦੱਸਿਆ। ਪਹਿਲਾਂ ਕੁਸੰਗਤ ਤੋਂ ਬਚਣ ਲਈ ਪ੍ਰੇਰਨਾ ਦਿੱਤੀ ਹੈ। ਆਪਾਂ ਗੁਰਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਪੜ੍ਹੀਏ, ਅਰਥ ਬੜੇ ਸਾਦੇ ਆ, ਸੋਝੀ ਪੈ ਜਾਵੇਗੀ। ਉਹਨਾਂ ਨੇ ਵੀ ਇੱਕ ਉਦਾਹਰਣ ਦਿੱਤੀ ਹੈ। ਕਹਿੰਦੇ ਜਿਸ ਤਰ੍ਹਾਂ ਕੱਜਲ ਦੇ ਨਾਲ, ਕਾਲਖ ਦੇ ਨਾਲ ਕੋਠਾ ਭਰਿਆ ਹੋਵੇ, ਜਿਹੜਾ ਮਨੁੱਖ ਉਹਦੇ ਵਿੱਚ ਪ੍ਰਵੇਸ਼ ਕਰੇਗਾ, ਉਹਦਾ ਸਿਰ ਮੂੰਹ ਕਾਲਖ ਦੇ ਨਾਲ ਭਰ ਜਾਵੇਗਾ। ਇਹ ਨਹੀਂ ਹੋ ਸਕਦਾ ਕਿ ਕਾਲਖ ਦੇ ਨਾਲ ਕੋਠਾ ਭਰਿਆ ਹੋਵੇ, ਮਨੁੱਖ ਪ੍ਰਵੇਸ਼ ਵੀ ਕਰ ਜਾਏ ਅਤੇ ਫਿਰ ਚਿੱਟੇ ਵਸਤਰ ਲੈ ਕੇ ਬਾਹਰ ਵੀ ਨਿਕਲ ਆਵੇ। ਐਸਾ ਕਦੇ ਨਹੀਂ ਹੋ ਸਕਦਾ। ਕਹਿੰਦੇ ਅਵਸ਼ ਕਾਲਖ ਲੱਗੇਗੀ। ਇਸ ਕਰਕੇ ਕਹਿੰਦੇ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ, ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨ ਛੁਟਕੀ ਰੇ। ਉਦਾਹਰਣ ਦਿੱਤੀ ਆ, ਜਿਉ ਕਾਜਰ ਭਰਮ ਮੰਦਰ ਰਾਖਿਓ, ਜੋ ਪੈਸੇ ਕਾ ਲੂਖੀ ਰੇ, ਦੂਰੋਂ ਹੀ ਤੇ ਭਾਗ ਗਇਓ ਹੈ, ਜਿਸ ਗੁਰਮਿਲ ਛੁਟਕੀ ਤਿਰਕੁਟੀ ਰੇ। ਤੇ ਪਰਮੇਸ਼ਰ ਗੁਰੂ ਦੇ ਕੋਲੋਂ ਮੰਗਣਾ ਕੀ ਹੈ? ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨ ਜੁਟਸੀ ਰੇ, ਜਨ ਨਾਨਕ ਦਾਸ ਦਾਸ ਕੋ ਕਰਿਓ, ਮੇਰਾ ਮੂੰਡ ਸਾਧ ਪੱਗਾਂ ਹੇਠ ਰੁਲਸੀ ਰੇ। ਹੇ ਮਾਲਕ, ਸਾਧ ਕੌਣ ਹੈ? ਕਿਸੇ ਭੀਖ ਦਾ ਨਾਮ ਨਹੀਂ। ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਸਾਧ ਨਾਮ ਨਿਰਮਲ ਤਾਕੇ ਕਰਮ। ਜੋ ਨਿਰਮਲ ਕਰਮਾਂ ਦਾ ਧਾਰਨੀ ਹੈ। ਅਤੇ ਸਭ ਤੋਂ ਸ਼੍ਰੋਮਣੀ ਨਿਰਮਲ ਕਰਮ ਕਿਹੜਾ ਹੈ? ਉਹ ਵੀ ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜੋ ਪ੍ਰਮਾਤਮਾ ਦੇ ਨਾਮ ਜਪਣ ਦਾ ਨਿਰਮਲ ਕਰਮ ਕਰਦਾ, ਉਹਨੂੰ ਸਾਧ ਸਤਿਗੁਰਾਂ ਨੇ ਲਿਖਣਾ ਕੀਤਾ। ਅਤੇ ਆਪਾਂ ਜਦੋਂ ਸੋਹਿਲੇ ਦਾ ਪਾਠ ਪੜ੍ਹਦੇ ਹਾਂ, ਤਦੋਂ ਵੀ ਆਪਾਂ ਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਹਾਂ ਕਿ ਅਖੀਰਲੀਆਂ ਪੰਕਤੀਆਂ ਜਦੋਂ ਆਪਾਂ ਛੋਟੀ ਨੀਂਦ ਵਿੱਚ, ਛੋਟੀ ਮੌਤ ਜਿਹਨੂੰ ਕਿਹਾ ਜਾਂਦਾ, ਉਸ ਵੇਲੇ ਆਪਾਂ ਨੀਂਦ ਵਿੱਚ ਜਾਂਦੇ ਹਾਂ, ਆਖਰੀ ਪੰਕਤੀਆਂ ਆਪਾਂ ਪੜ੍ਹਦੇ ਹਾਂ, ਗੁਰੂ ਦੇ ਚਰਨਾਂ ਵਿੱਚੋਂ ਮੰਗਦੇ ਹਾਂ। ਕੀ ਮੰਗਦੇ ਹਾਂ? ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਸੋ ਹਮੇਸ਼ਾ ਮਾੜੀ ਸੰਗਤ ਤੋਂ ਬਚਣ ਵਾਸਤੇ ਆਪਾਂ ਨੂੰ ਵੀ ਯਤਨਸ਼ੀਲ ਹੋਣਾ ਚਾਹੀਦਾ। ਆਪਣੇ ਜਿੰਨੇ ਵੀ ਬੱਚੇ ਆ, ਪਰਿਵਾਰ ਆ, ਛੋਟੇ ਬੱਚਿਆਂ ਨੂੰ ਮੁੱਢ ਤੋਂ ਲੈ ਕਰਕੇ ਆਪਾਂ ਨੂੰ ਸਿੱਖਿਆ ਦੇਣਾ ਚਾਹੀਦੀ ਆ ਕਿ ਆਹ ਗੁਰੂ ਕੇ ਪਿਆਰਿਓ, ਜੇ ਆਪਾਂ ਬੱਚਿਆਂ ਨੂੰ ਪ੍ਰੇਰਨਾ ਦੇਣੀ ਮਾੜੀ ਸੰਗਤ ਵਿੱਚ ਨਹੀਂ ਜਾਣਾ,
ਜੋ ਪੜ੍ਹਨ ਵਾਲੇ ਬੱਚੇ ਆ ਉਹਨਾਂ ਦੇ ਕੋਲ ਬਹਿਣਾ, ਜੋ ਗੁਰੂ ਦੇ ਭੈ ਭਾਵਨੀ ਰੱਖਦੇ ਆ, ਜੋ ਮੂਲ ਮੰਤਰ ਦਾ ਜਾਪ ਕਰਦੇ ਆ, ਜੋ ਜਪਜੀ ਸਾਹਿਬ ਦਾ ਪਾਠ ਕਰਦੇ ਆ, ਉਹਨਾਂ ਦੇ ਕੋਲ ਬਹਿਣਾ। ਕਿਉਂਕਿ ਜਦੋਂ ਆਪਾਂ ਉਹਨਾਂ ਦੇ ਕੋਲ ਬੈਠਾਂਗੇ, ਸਾਡੇ ਬੱਚੇ ਉਹਨਾਂ ਦੇ ਕੋਲ ਬੈਠਣਗੇ, ਤਿਨਾਂ ਦੇਖ ਮਨ ਚਾਓ ਅਠੰਦਾ ਹਉ ਕਦ ਪਾਈ ਗੁਣਤਾਸਾ। ਉਹਨਾਂ ਦੇ ਵਿੱਚ ਮਨ ਵਿੱਚ ਵੀ ਚਾਓ ਪੈਦਾ ਹੋਵੇਗਾ ਕਿ ਮੈਂ ਵੀ ਜਪਜੀ ਸਾਹਿਬ ਦਾ ਪਾਠ ਕੰਠ ਕਰਾਂ, ਮੂਲ ਮੰਤਰ ਦਾ ਜਾਪ ਕਰਾਂ। ਕਿਉਂਕਿ ਸੰਗਤ ਵਿੱਚ ਜਾਣ ਦੇ ਨਾਲ, ਦੂਜਾ ਸੰਗਤ ਵਿੱਚ ਜਾਣ ਦੇ ਨਾਲ ਕੀ ਲਾਭ ਮਿਲਦਾ? ਆਤਮਾ ਸਵੱਛ ਹੁੰਦੀ ਆ, ਪਵਿੱਤਰ ਹੁੰਦੀ ਆ। ਗੁਰਦੇਵ ਜੀ ਨੇ ਉੱਥੇ ਵੀ ਉਦਾਹਰਣ ਦੇਣਾ ਕੀਤੀ ਹੈ। ਕਹਿੰਦੇ ਜਿਵੇਂ ਆਪਾਂ ਸਬਜ਼ੀ ਬਣਾਉਂਦੇ ਆ, ਭਾਜੀ ਬਣਾਉਂਦੇ ਆ, ਦਾਲ ਬਣਾਉਂਦੇ ਆ, ਹੇਠਾਂ ਘਰੋੜੀ ਲੱਗ ਜਾਂਦੀ ਆ, ਉਹਨੂੰ ਆਪਾਂ ਕੀ ਕਰਦੇ ਆ? ਸਿਆਣੀਆਂ ਬੀਬੀਆਂ ਕੂਚੀ ਲੈ ਕੇ ਉਹਨਾਂ ਨੂੰ ਮਾਂਜਦੀਆਂ, ਔਰ ਮਾਂਜਣ ਦੇ ਨਾਲ ਕੀ ਹੁੰਦਾ? ਬਰਤਨ ਸਾਫ਼ ਹੋ ਜਾਂਦਾ। ਇਸੇ ਪ੍ਰਕਾਰ ਸਤਿਗੁਰੂ ਗਰੀਬ ਨਿਵਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਕਿਸੇ ਨੇ ਆਪਣੇ ਮਨ ਨੂੰ ਮਾਂਜਣਾ, ਕੀ ਮਾਂਜਣਾ ਹੈ? ਕਿਉਂਕਿ ਸਾਡੇ ਅੰਤਸ਼ਕਰਨ ਦੇ ਉੱਤੇ ਜਨਮਾਂ ਜਨਮਾਂਤਰਾਂ ਦੀ ਮਲੀਨਤਾ ਇਹ ਲੱਗੀ ਹੋਈ ਆ। ਭਾਵੇਂ ਆਪਾਂ ਨੂੰ ਪਤਾ ਨਹੀਂ, ਹਰ ਮਨੁੱਖ ਕਹਿੰਦਾ ਮੇਰਾ ਮਨ ਪਵਿੱਤਰ ਹੈ, ਮੇਰਾ ਮਨ ਪਵਿੱਤਰ ਹੈ, ਪਰ ਗੁਰੂ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਵਣ ਪਾ। ਕਹਿੰਦੇ ਸਾਡਾ ਮਨ ਤਾਂ ਇੰਨਾ ਮਲੀਨ ਹੈ, ਜਿਵੇਂ ਕੋਲੂ ਸਾਫ਼ ਕਰਨ ਵਾਲੀ ਇੱਕ ਟਾਕੀ ਹੁੰਦੀ ਹੈ, ਉਹਦੇ ਤੰਦ ਮੈਲ ਪਈ ਹੁੰਦੀ ਆ, ਉਹਨੂੰ ਸੱਜੇ ਕੀਤੇ ਸਾਫ਼ ਨਹੀਂ ਕੀਤਾ ਜਾ ਸਕਦਾ। ਸੈਂਕੜੇ ਵਾਰੀ ਆਪਾਂ ਸਾਬਣ ਲਾਈਏ ਫਿਰ ਜਾ ਕੇ ਕਿਤੇ ਮਾੜਾ ਮੋਟਾ ਸ਼ੁੱਧ ਹੁੰਦੀ ਹੈ। ਇਸੇ ਪ੍ਰਕਾਰ ਸਾਡਾ ਅੰਤਸ਼ਕਰਨ ਜਨਮਾਂ ਜਨਮਾਂਤਰਾਂ ਦੇ ਮਲੀਨ ਸੰਸਕਾਰਾਂ ਦੇ ਨਾਲ ਅਪਵਿੱਤਰ ਹੋਇਆ, ਔਰ ਇਹਨੂੰ ਧੋਣਾ ਕਿਵੇਂ ਹੈ? ਇਹਨੂੰ ਮਾਂਜਣਾ ਕਿਵੇਂ ਹੈ? ਸਤਿਗੁਰੂ ਕਹਿੰਦੇ ਮਿਲ ਸੰਤ ਸਭਾ, ਸੰਤਾਂ ਦੀ ਸਭਾ। ਸੰਤ ਕੌਣ ਆ? ਜਿਨ੍ਹਾਂ ਸਾਸ ਗਰਾਸ ਨਾ ਬਿਸਰੈ। ਉਹੀ ਗੱਲ ਆ ਜਾਂਦੀ ਮੁੜ ਕੇ ਫਿਰ, ਚਾਹੇ ਸਾਧ ਕਹਿ ਲਓ, ਚਾਹੇ ਜਨ ਕਹਿ ਲਓ, ਚਾਹੇ ਇਸੇ ਪ੍ਰਕਾਰ ਸੰਤ ਕਹਿ ਲਓ। ਸੰਤ ਕੌਣ ਹੈ? ਜਿਨ੍ਹਾਂ ਸਾਸ ਗਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਔਰ ਮਿਲ ਸੰਤ ਸਭਾ, ਔਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠ ਕੇ ਮਨ ਨੂੰ ਮਾਂਜਿਆ ਜਾ ਸਕਦਾ। ਜਦੋਂ ਮਨ ਮਾਂਜਿਆ ਜਾਂਦਾ, ਹਰੀ ਦਾ ਨਾਮ ਸੁਤੇ ਸੇ ਟਿਕ ਜਾਂਦਾ। ਮਿਲ ਸੰਤ ਸਭਾ ਮਨ ਮਾਂਜਿਆ ਭਾਈ। ਜਦੋਂ ਮਨ ਮਾਂਜਿਆ ਜਾਂਦਾ, ਪਵਿੱਤਰ ਹੋ ਜਾਂਦਾ, ਹਰਿ ਕਾ ਨਾਮ ਨਿਵਾਸ, ਹਰੀ ਦਾ ਨਾਮ ਹਿਰਦੇ ਵਿੱਚ ਟਿਕ ਜਾਂਦਾ। ਔਰ ਗੁਰੂ ਕੀ ਬਾਣੀ ਵਿੱਚ ਭਾਈ ਗੁਰਦਾਸ ਜੀ ਨੂੰ ਵੀ ਪ੍ਰੇਰਨਾ ਦਿੱਤੀ ਹੈ ਕਿ ਹਰ ਮਨੁੱਖ ਨੂੰ ਆਪਣੇ ਭਲੇ ਵਾਸਤੇ, ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ, ਨਾ ਅਸੀਂ ਗੁਰੂ 'ਤੇ ਕੋਈ ਅਹਿਸਾਨ ਕਰਦੇ ਹਾਂ, ਨਾ ਗੁਰਦੁਆਰੇ ਦੇ ਪ੍ਰਬੰਧਕਾਂ ਉੱਤੇ ਆਪਾਂ ਕੋਈ ਅਹਿਸਾਨ ਕਰਨਾ ਵੀ ਅਸੀਂ ਭਾਈ ਗੁਰੂ ਸੰਗਤ ਵਿੱਚ ਆਏ ਹਾਂ। ਨਹੀਂ, ਆਪਣੇ ਭਲੇ ਵਾਸਤੇ ਗੁਰੂ ਦੇ ਚਰਨਾਂ ਵਿੱਚ ਆਉਣਾ, ਸੰਗਤ ਵਿੱਚ ਆਉਣਾ। ਔਰ ਜਿਹੜਾ ਮਨੁੱਖ ਹਰ ਰੋਜ਼ ਸਤਸੰਗਤ ਵਿੱਚ ਆਉਂਦਾ ਅਤੇ ਭਾਈ ਗੁਰਦਾਸ ਜੀ ਗਰੰਟੀ ਦਿੰਦੇ ਆ, ਉਹ ਨਿਸ਼ਚੈ ਹੀ ਇੱਕ ਦਿਨ ਉਹਦੀ ਆਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਿਜ ਘਰ ਦੇ ਵਿੱਚ ਨਿਵਾਸ ਕਰ ਜਾਂਦੀ ਆ। ਉਹਨਾਂ ਨੇ ਉਦਾਹਰਨਾਂ ਦਿੱਤੀਆਂ। ਕਹਿੰਦੇ ਜਿਸ ਤਰ੍ਹਾਂ ਦਰਿਆ ਤੋਂ ਪਾਰ ਹੋਣਾ ਹੋਵੇ, ਬੇੜੀ ਦੀ ਵਰਤੋਂ ਕੀਤੀ ਜਾਂਦੀ ਆ, ਪੂਰ ਬਹਿ ਜਾਂਦਾ, ਬਹੁਤਾ ਸਾਰਾ ਬੇੜੀ ਦਾ ਹਿੱਸਾ ਪਾਣੀ ਵਿੱਚ ਡੁੱਬ ਜਾਂਦਾ। 4 ਉਂਗਲਾਂ ਕਿਨਾਰੇ ਬੇੜੀ ਦੇ ਪਾਣੀ ਤੋਂ ਬਾਹਰ ਰਹਿਣ, ਸਾਰੇ ਪੂਰ ਨੂੰ ਸਹੀ ਸਲਾਮਤ ਪਾਰਲੇ ਕੰਢੇ ਉੱਤੇ ਲਾ ਦਿੰਦੀ ਆ। ਸਾਰੇ ਮਨੁੱਖ ਯਾਤਰੂ ਜਿਹੜੇ ਆ, ਸਾਜੋ ਸਮਾਨ ਲੈ ਕੇ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ੀ ਆਨੰਦ ਦੇ ਨਾਲ ਪਹੁੰਚ ਜਾਂਦੇ ਆ। ਦੂਸਰੀ ਉਦਾਹਰਣ ਦਿੱਤੀ ਹੈ, ਜਿਸ ਤਰ੍ਹਾਂ 8 ਪੈਰੀ ਭੋਜਨ ਛਕਣ ਵਾਲਾ ਮਨੁੱਖ ਕੋਈ ਸਾਰਾ ਦਿਨ ਭੋਜਨ ਨਹੀਂ ਛਕਦਾ, ਕੇਵਲ 5-10 ਮਿੰਟ ਦਾ ਸਮਾਂ ਕੱਢਦਾ, ਰਸੋਈ ਵਿੱਚ ਬਹਿੰਦਾ, ਤਰ੍ਹਾਂ ਤਰ੍ਹਾਂ ਦੇ ਭੋਜਨਾਂ ਦੇ ਸਵਾਦਾਂ ਨੂੰ ਚੱਖਦਾ, ਆਨੰਦ ਲੈਂਦਾ, ਔਰ ਜਿਹੜੀ ਲੱਗੀ ਹੋਈ ਭੁੱਖ ਆ ਉਹਨੂੰ ਦੂਰ ਕਰ ਲੈਂਦਾ। ਅਤੇ ਅਗਾਂਹ ਆਉਣ ਵਾਲੇ 8 ਪਹਿਰ ਜਿਹੜੇ ਆ, 4 ਪਹਿਰ, ਉਹਨਾਂ ਵਾਸਤੇ ਉਹਦੇ ਸਰੀਰ ਵਿੱਚ ਭੋਜਨ ਖਾਣ ਦੇ ਨਾਲ ਬਲ ਆ ਜਾਂਦਾ, ਸਰੀਰ ਨਰੋਆ ਰਹਿੰਦਾ। ਤੀਸਰੀ ਉਦਾਹਰਣ ਦੇਣਾ ਕੀਤੀ ਹੈ, ਜਿਸ ਤਰ੍ਹਾਂ ਕੋਈ ਗਰੀਬ ਮਨੁੱਖ ਹੈ, ਘਰ ਵਿੱਚ ਖਾਣ ਨੂੰ ਕੁਛ ਨਹੀਂ, ਕੋਲ ਦਮੜਾ ਕੋਈ ਨਹੀਂ, ਸਰੀਰ ਉੱਤੇ ਕੱਪੜਾ ਕੋਈ ਨਹੀਂ, ਕੋਈ ਹੀਲਾ ਵਸੀਲਾ ਜ਼ਮੀਨ ਜਾਇਦਾਦ ਕੋਈ ਨਹੀਂ ਜਿੱਥੇ ਮਿਹਨਤ ਕਰੇ, ਔਰ ਨਾ ਪੜ੍ਹਿਆ ਲਿਖਿਆ। ਕਹਿੰਦੇ ਉਹ ਕੀ ਕਰਦਾ? ਸੋਚਦਾ ਮੈਂ ਰਾਜੇ ਦੇ ਦਰਬਾਰ ਵਿੱਚ ਜਾਵਾਂ, ਰਾਜੇ ਦੀ ਮਹਿਮਾ ਗਾਇਨ ਕਰਾਂ, ਕਿਤੇ ਰਾਜਾ ਮੇਰੇ 'ਤੇ ਪ੍ਰਸੰਨ ਹੋ ਜਾਵੇ, ਮੈਨੂੰ ਜਗੀਰ ਦੇ ਦੇਵੇ। ਉਹ ਰੋਜ਼ ਰਾਜੇ ਦੇ ਦਰਬਾਰ ਵਿੱਚ ਜਾਂਦਾ,
ਉਹਨੂੰ ਦੁਆ ਸਲਾਮ ਕਰਦਾ, ਮੱਥਾ ਟੇਕਦਾ ਔਰ ਉਸ ਰਾਜੇ ਦੀ ਮਹਿਮਾ ਗਾਇਨ ਕਰਦਾ। ਇੱਕ ਦਿਨ ਰੋਜ਼ ਆਉਣ ਦੀ ਬਦੌਲਤ ਰਾਜਾ ਉਹਨੂੰ ਪੁੱਛ ਲੈਂਦਾ, ਭਲਿਆ ਰੋਜ਼ ਆਉਣਾ ਹੈ, ਨੇਮ ਕਦੀ ਨਹੀਂ ਤੋੜਿਆ, ਕਿਸ ਵਾਸਤੇ ਆਉਣਾ ਹੈ? ਉਹ ਆਪਣੀ ਬਿਰਥਾ ਦੱਸਦਾ ਕਿ ਮੇਰੇ ਘਰ ਵਿੱਚ ਗਰੀਬੀ ਬਹੁਤ ਆ, ਘਰ ਵਿੱਚ ਖਾਣ ਨੂੰ ਕੁਛ ਨਹੀਂ, ਬੱਚੇ ਭੁੱਖੇ ਆ, ਤਨ 'ਤੇ ਕੱਪੜਾ ਨਹੀਂ, ਦਵਾਨੀ ਖਰਚਣ ਨੂੰ ਨਹੀਂ, ਮੈਂ ਤੁਹਾਡੇ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਆਉਣਾ। ਰਾਜਾ ਪ੍ਰਸੰਨ ਹੋ ਕੇ ਉਹਨੂੰ ਜਗੀਰ ਬਖਸ਼ਿਸ਼ ਕਰ ਦਿੰਦਾ, ਜਿਹਦੀ ਬਦੌਲਤ ਉਹ ਸੁਖੀ ਆਨੰਦ ਜੀਵਨ ਸਾਰਾ ਪਰਿਵਾਰ ਬਤੀਤ ਕਰਦਾ ਅਤੇ ਆਨੰਦ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੋਇਆ ਸੁੱਖ ਭੋਗਦਾ। 3 ਉਦਾਹਰਨਾਂ ਦਿੱਤੀਆਂ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਕਿ ਜਿਵੇਂ 4 ਉਂਗਲਾਂ ਬੇੜੀ ਦੇ ਕਿਨਾਰੇ ਬਾਹਰ ਰਹਿੰਦੇ ਆ, ਸਾਰੇ ਪੂਰ ਨੂੰ ਪਾਰ ਕਰ ਦਿੰਦੀ ਆ। 8 ਪੈਰੀ ਛਕਣ ਵਾਲਾ ਭੋਜਨ ਜੋ ਹੈ 5-7 ਮਿੰਟ ਦਾ ਸਮਾਂ ਕੱਢ ਕੇ ਭੋਜਨ ਛਕਦਾ, ਭੁੱਖ ਦੂਰ ਹੋ ਜਾਂਦੀ, ਸਰੀਰ ਵਿੱਚ ਬਲ ਆ ਜਾਂਦਾ। ਰਾਜੇ ਦੇ ਦਰਬਾਰ ਵਿੱਚ ਜਾ ਕੇ 5-7 ਮਿੰਟ ਉਹਦੀ ਮਹਿਮਾ ਗਾਇਨ ਕਰਨ ਵਾਲੇ ਨੂੰ ਜਗੀਰ ਮਿਲ ਜਾਂਦੀ ਹੈ। ਤਿਵੇਂ 8 ਪੈਰਾਂ ਦੀਆਂ ਜੋ 60 ਘੜੀਆਂ ਬਣਦੀਆਂ, ਉਹਨਾਂ 60 ਘੜੀਆਂ ਦੇ ਵਿੱਚੋਂ ਕੋਈ 1 ਘੜੀ ਦਾ ਸਮਾਂ ਵੀ ਸਤਸੰਗਤ ਕਰਨ ਵਾਸਤੇ ਕੱਢੇ, ਉਹਦੀ ਆਤਮਾ ਨਿਜ ਘਰ ਦੇ ਵਿੱਚ ਨਿਵਾਸ ਕਰ ਜਾਵੇਗੀ। 1 ਘੜੀ ਦਾ ਸਮਾਂ ਕੇਵਲ 24 ਮਿੰਟ ਦਾ ਹੁੰਦਾ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਜੈਸੇ ਬੋਝ ਭਰੀ ਨਾਵ ਅੰਗਰੀ ਦੋ ਬਾਹਰ ਹੋਵੇ, ਪਾਰ ਪਰੈ ਪੂਰ ਸਭ ਕੁਸਲ ਬਿਹਾਤ ਹੈ। ਜੈਸੇ ਏਕ ਹਾਰੀ ਏਕ ਘੜੀ ਪਾਕ ਸਾਲ ਵੈਸ, ਭੋਜਨ ਕੇ ਬਿੰਜਨਾਦ स्वाद से अघात है। जैसे राज द्वार जाए करत जुहार जन, एक घड़ी पाशे देश भोगत हवै खात है। ਹੁਣ ਸਾਡੇ ਕੰਮ ਦੀ ਗੱਲ ਕਹੀ ਹੈ, ਕਹਿੰਦੇ 8 ਹੀ ਪਹਿਰ 60 ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੇ ਨਿਜ ਘਰ ਜਾਤ ਹੈ। ਸਾਡੇ ਜੀਵਨ ਦਾ ਮੰਤਵ ਕੀ ਆ? ਨਿਜ ਘਰ ਵੀ ਜਾਣਾ। ਨਿਜ ਘਰ ਕੀ ਆ? ਪਰਮਾਤਮਾ। ਪਰਮਾਤਮਾ ਤੋਂ ਆਪਾਂ ਵਿਛੜੇ ਆ, ਪਰਮਾਤਮਾ ਦੇ ਨਾਲ ਮਿਲਣਾ ਸਾਡੇ ਜੀਵਨ ਦਾ ਲਕਸ਼ ਆ। ਪੜ੍ਹਦੇ ਰੋਜ਼ ਹੈ, ਭਈ ਪ੍ਰਾਪਤ ਮਨੁੱਖ ਦੀ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤਿਰਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕ ਹੀ ਸਰਣਾ। ਫਿਰ ਕਹਿੰਦੇ ਜੇ ਇਹ ਕੰਮ, ਇਸ ਮੰਤਵ ਨੂੰ ਪ੍ਰਾਪਤ ਕਰਨਾ ਤੇ ਸੰਗਤ ਕਰਿਆ ਕਰ, ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ, ਤੇਰਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਸੋ ਬਾਬਾ ਕਬੀਰ ਜੀ ਨੇ ਤਾਂ ਇਸ ਤੋਂ ਵੀ ਜ਼ਿਆਦਾ ਛੋਟ ਦਿੱਤੀ ਹੈ। ਕਹਿੰਦੇ ਇਹ ਮਨੁੱਖ ਜੇ ਸੰਸਾਰ ਦੇ ਵਿੱਚ ਇੰਨਾ ਫਸਿਆ ਹੋਇਆ, ਮਾਇਆ ਵਿੱਚ ਗਲਤਾਨ ਹੈ, ਕੰਮਾਂ ਕਾਰਾਂ 'ਚੋਂ ਤੈਨੂੰ ਵਿਹਲ ਨਹੀਂ ਮਿਲਦਾ ਅਤੇ 1 ਘੜੀ ਨਹੀਂ ਕੱਢ ਸਕਦਾ, ਅੱਧੀ ਘੜੀ ਕੱਢ ਲਾ, 12 ਮਿੰਟ ਦਾ ਸਮਾਂ। ਜੇ ਤੇਰੇ ਕੋਲ 12 ਮਿੰਟ ਵੀ ਨਹੀਂ ਸਮਾਂ ਵੀ ਕੱਢਣ ਦਾ ਟਾਈਮ ਨਹੀਂ, 6 ਮਿੰਟ ਦਾ ਸਮਾਂ ਕੱਢ ਲਾ, ਚੌਥਾ ਹਿੱਸਾ ਘੜੀ ਦਾ। ਇੰਨਾ ਸਮਾਂ ਕੱਢੇਗਾ, ਤੇਰੀ ਆਤਮਾ ਨੂੰ ਲਾਭ ਮਿਲੇਗਾ। ਸੱਜੇ ਸੱਜੇ ਤੇਰੀ ਆਤਮਾ ਦੇ ਸੰਸਕਾਰ ਮਾੜੇ ਜਿਹੜੇ ਆ ਉਹ ਦੂਰ ਹੋ ਜਾਣਗੇ, ਤੇਰੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦੇ ਸੰਸਕਾਰ ਟਿਕ ਜਾਣਗੇ। ਫਰਮਾਨ ਬਾਬਾ ਜੀ ਨੇ ਕੀਤਾ, ਕਹਿੰਦੇ ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ। ਚੌਥਾ ਹਿੱਸਾ 6 ਮਿੰਟ ਦਾ ਸਮਾਂ ਕਿੰਨਾ ਕੁ ਹੈਗਾ? ਉਹ ਵੀ ਆਪਣੇ ਭਲੇ ਲਈ ਆਪਾਂ ਕਰਨਾ। ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਨਾ ਗੁਰੂ ਨੂੰ ਲਾਭ ਮਿਲਣਾ, ਨਾ ਪ੍ਰਬੰਧਕਾਂ ਨੂੰ ਲਾਭ ਮਿਲਣਾ, ਨਾ ਸੰਗਤ ਨੂੰ ਲਾਭ ਮਿਲਣਾ। ਉਹ ਲਾਭ ਸਾਨੂੰ ਹੀ ਪ੍ਰਾਪਤ ਹੋਣਾ। ਆਪਾਂ ਸੰਗਤ ਕਰਾਂਗੇ, ਸਾਡਾ ਅੰਤਸ਼ਕਰਨ ਸ਼ੁੱਧ ਹੋਵੇਗਾ, ਸਾਡੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕੇਗਾ ਔਰ ਸੰਗਤ ਵਿੱਚ ਆ ਕੇ ਜਿਹੜਾ ਜਗਿਆਸੂ ਗੁਰੂ ਦਾ ਜਸ ਗਾਇਨ ਕਰਦਾ, ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਂਦਾ। ਸੋ ਗੁਰੂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਕਿਰਪਾ ਕਰਨ, ਆਪਣੀ ਰਹਿਮਤ ਕਰਨ। ਜੋ ਆਪਾਂ ਸੋਹਲੇ ਦੇ ਪਾਠ ਵਿੱਚ ਪੜ੍ਹਦੇ ਹਾਂ, ਉਹ ਸਾਨੂੰ ਦਾਤ ਸਤਿਗੁਰੂ ਜੀ ਸਾਡੀ ਝੋਲੀ ਵਿੱਚ ਪਾਉਣ, ਤਾਂ ਜੋ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਸਮਾਂ ਹੋ ਗਿਆ, ਉਹ ਮੰਗੀ ਆ ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਪੁਰ ਖੇੜੇ ਤੋਂ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ, ਮਹਾਨ ਉਹ ਸਾਧੂ ਜਿਨ੍ਹਾਂ ਦਾ ਪ੍ਰਚਾਰ ਆਪਾਂ
ਸਾਰੇ ਹੀ ਜਾਣਦੇ ਹਾਂ, ਉਹਨਾਂ ਤੋਂ ਬਰਸਾਏ ਹੋਏ ਬਾਬਾ ਜੀ, ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ, ਜੋ ਅੱਜ ਆਪਣੇ ਪਾਸ ਪਹੁੰਚੇ ਹਨ। ਸਮੂਹ ਸੰਗਤ, ਸਟਾਫ ਤੇ ਪ੍ਰਬੰਧ ਵੱਲੋਂ ਹਾਰਦਿਕ ਧੰਨਵਾਦ। ਬਾਬਾ ਜੀ ਹੁਣਾਂ ਨੇ ਸਮਾਂ ਕੱਢਿਆ ਹੈ ਇੱਥੇ ਦੀ ਸੰਗਤ ਵਾਸਤੇ, ਔਰ ਸੰਗਤ ਦਾ ਵੀ ਧੰਨਵਾਦ। ਆਪ ਜੀ ਪਹੁੰਚੇ ਹੋ, ਹਾਲ ਦੇ ਵਿੱਚ ਰੌਣਕ ਹੈ। ਸੋ ਗੁਰੂ ਪਿਆਰਿਓ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀ। ਜਿਸ ਤਰ੍ਹਾਂ ਬਾਬਾ ਜੀ ਹੁਣਾਂ ਨੇ ਆਪਾਂ ਨੂੰ ਦੱਸਿਆ ਹੈ ਕਿ ਸੰਗਤ ਤੋਂ ਬਗੈਰ ਜੀਵਨ ਕੁਛ ਵੀ ਨਹੀਂ, ਔਰ ਸੰਗਤ ਦਾ ਲਾਹਾ ਕਿੱਡਾ ਵੱਡਾ ਹੈ। ਜਿਨ੍ਹਾਂ ਦੇ ਵੱਡੇ ਭਾਗ, ਆਪ ਜੀ ਚੱਲ ਆਉਂਦੇ ਹੋ ਆਪਣੇ ਕੰਮਾਂ ਕਾਰਾਂ ਤੋਂ ਥੱਕੇ ਥਕਾਏ, ਫਿਰ ਵੀ ਮਨ ਵਿੱਚ ਚਾਅ ਹੁੰਦਾ ਹੈ ਕਿ ਆਪਾਂ ਗੁਰੂ ਦੇ ਦੁਆਰੇ ਚੱਲੀਏ, ਮਹਾਂਪੁਰਸ਼ਾਂ ਤੋਂ ਕੋਈ ਬਚਨ ਸੁਣੀਏ, ਪਤਾ ਨਹੀਂ ਕਿਹੜੇ ਵੇਲੇ ਜੀਵਨ ਆਪਣਾ ਬਦਲ ਜਾਣਾ ਹੈ। ਸੋ ਗੁਰੂ ਪਿਆਰਿਓ, ਮੈਂ ਬੇਨਤੀ ਕਰਾਂ, ਗੁਰੂ ਘਰ ਦੇ ਵਜ਼ੀਰ ਭਾਈ ਗੁਰਦੀਪ ਸਿੰਘ ਜੀ ਬਾਬਾ ਜੀ ਦਾ ਸਤਿਕਾਰ ਕਰਨਗੇ। ਬਾਬਾ ਜੀ ਨੂੰ ਬੇਨਤੀ ਹੈ ਮਹਾਰਾਜ ਜੀ ਦੇ ਨਜ਼ਦੀਕ ਆ ਕੇ, ਔਰ ਮਹਾਰਾਜ ਜੀ ਦੀ ਸੰਗਤ ਦਾ ਵੱਲੋਂ ਜੋ ਸਤਿਕਾਰ, ਮਹਾਰਾਜ ਜੀ ਦੀ ਬਖਸ਼ਿਸ਼ ਸਿਰੋਂ ਪਾਓ ਪ੍ਰਾਪਤ ਕਰਨ ਜੀ। ਸਤਿਗੁਰਾਂ ਦਾ ਕੋਟਾਂ ਕੋਟ ਸ਼ੁਕਰਾਨਾ ਹੈ ਜੋ ਇਸ ਤਰ੍ਹਾਂ ਦੇ ਮਹਾਰਾਜ ਜੀ ਸੁਭਾਅ ਬਣਾਉਂਦੇ ਹਨ ਤਾਂ ਕਿ ਸੰਗਤ ਜੁੜਦੀ ਹੈ। ਸੋ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਦਾ। ਬੋਲੇ ਸੋ ਨਿਹਾਲ। ਭਾਈ ਮਦਨਜੀਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਸਾਥੀ, ਉਹਨਾਂ ਦਾ ਵੀ ਬਹੁਤ ਹਾਰਦਿਕ ਧੰਨਵਾਦ, ਕਿਉਂਕਿ ਜਿਸ ਤਰ੍ਹਾਂ ਪ੍ਰੋਗਰਾਮ ਉਹ ਬਣਾਉਂਦੇ ਹਨ, ਇਹ ਸਾਰੀ ਸੰਗਤ ਨੂੰ ਲਾਹੇ ਮਿਲਦੇ ਹਨ। ਨਾਮ ਦਾ ਲਾਹਾ ਸਭ ਤੋਂ ਵੱਡਾ ਲਾਹਾ ਹੈ। ਔਰ ਜਿਸ ਤਰ੍ਹਾਂ ਆਪਾਂ ਦੇਖਿਆ ਪਹਿਲਾਂ ਬਾਬਾ ਜੀ ਹੁਣਾਂ ਦੀਆਂ ਕੇਸਟਾਂ, ਬਾਬਾ ਹਰਨਾਮ ਸਿੰਘ ਜੀ ਦੀਆਂ ਆਪਾਂ ਸੁਣੀਆਂ, ਉਹਨਾਂ ਦੇ ਕਿਸ ਤਰ੍ਹਾਂ ਸਾਰੇ